ਸਰੀਰ ਤੇ ਕੋੜ ਚੱਲ ਰਿਹਾ। ਕੋੜ ਦੇ ਨਾਲ ਬੜਾ ਤੰਗ ਹੈ, ਬੜਾ ਬਿਰਲਾਪ ਕਰਦਾ ਹੈ, ਪਾਣੀ ਰਸਦਾ ਸਰੀਰ ਦੇ ਵਿੱਚੋਂ। ਕਹਿੰਦੇ ਲੈ ਆਓ, ਰਾਜਾ ਕਹਿੰਦਾ ਲੈ ਆਓ। ਤੇ ਸਾਧ ਸੰਗਤ ਰਜਨੀ ਦਾ ਕਹਿੰਦੇ ਉਹਦੇ ਨਾਲ ਵਿਆਹ ਕਰ ਦਿੱਤਾ। ਉਹ ਕਹਿੰਦੀ ਕੋਈ ਗੱਲ ਨਹੀਂ, ਮੇਰੇ ਕਰਮ ਜਿਹੋ ਜਿਹੇ ਮੇਰੇ ਕਰਮਾਂ ਵਿੱਚ ਇਹ ਪਿੰਗਲਾ ਹੀ ਲਿਖਿਆ ਹੋਇਆ ਸੀ, ਫਿਰ ਪਿਤਾ ਜੀ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਮੈਂ ਅਜੇ ਵੀ ਤੁਹਾਡੀ ਸੋਚ ਦੇ ਨਾਲ ਸਹਿਮਤ ਨਹੀਂ ਹਾਂ। ਇਹ ਨਾ ਸਮਝੋ ਕਿ ਤੁਸੀਂ ਮੈਨੂੰ ਕੋਈ ਸਜ਼ਾ ਦੇ ਰਹੇ ਹੋ, ਇਹ ਤੁਹਾਡੀ ਦਿੱਤੀ ਹੋਈ ਸਜ਼ਾ ਨਹੀਂ ਮੈਂ ਮੰਨਦੀ। ਮੈਂ ਤੇ ਆਪਣੇ ਕਰਮਾਂ ਕਰਕੇ ਵੀ ਮੇਰੇ ਸੰਜੋਗ ਨੇ, ਜਿਵੇਂ ਬਾਣੀ ਵਿੱਚ ਪੜ੍ਹਦੇ ਆ ਨਾ ਆਪਾਂ ਵੀ ਸੰਜੋਗ ਵਿਜੋਗ ਧੁਰੋਂ ਹੀ ਹੁਆ। ਸੰਜੋਗ ਤੇ ਵਿਜੋਗ ਧੁਰ ਦਰਗਾਹ ਤੋਂ ਲਿਖੇ ਹੋਏ। ਕੋਈ ਗੱਲ ਨਹੀਂ ਪਿਤਾ ਜੀ, ਜੇ ਮੇਰੇ ਕਰਮਾਂ ਵਿੱਚ ਇਹ ਪਿੰਗਲਾ ਪਤੀ ਲਿਖਿਆ ਹੋਇਆ, ਮੈਨੂੰ ਪ੍ਰਮਾਣ ਹੈ, ਮੈਨੂੰ ਪ੍ਰਮਾਣ ਹੈ। ਬਸ ਉਸੇ ਤੇ ਉਹਨੂੰ ਪਤੀ ਪਰਮੇਸ਼ਰ ਸਮਝ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਜਿਹਦਾ ਘਰ ਨਹੀਂ ਸੀ ਕੋਈ, ਜਿਹਦਾ ਦਰ ਨਹੀਂ ਸੀ ਕੋਈ, ਗਲੀਆਂ ਵਿੱਚ ਲੈ ਕੇ ਸਾਧ ਸੰਗਤ ਇੱਕ ਕਹਿੰਦੇ ਗਢੀਰੇ ਜਿਹਦੇ ਉੱਪਰ ਬੈਠਾ ਹੈ। ਰਜਨੀ ਨੇ ਇੱਕ ਕੱਪੜਾ ਪਾਇਆ, ਉਹ ਕੱਪੜਾ ਆਪਣੇ ਹੱਥ ਵਿੱਚ ਲੈ ਕੇ, ਜਾਂ ਕਹਿ ਲਓ ਵੀ ਰੱਸੀ ਪਾ ਲਈ, ਉਹਨੂੰ ਖਿੱਚ ਕੇ ਲੈ ਕੇ ਜਾਂਦੇ ਜਿੱਧਰ ਨੂੰ ਵੀ ਜਾਣਾ ਹੈ। ਤੇ ਸਾਧ ਸੰਗਤ ਉਹ ਗਢੀਰੇ ਜਿਹੀ ਬੈਠਾ ਹੈ। ਬਸ ਕਦੇ ਕਿਸੇ ਦੇ ਘਰ ਤੋਂ ਜਾ ਕੇ ਮੰਗ ਕੇ ਉਹਨੂੰ ਆਪਣੇ ਪਤੀ ਦਾ ਪੇਟ ਭਰਦੀ ਹੈ, ਕਦੇ ਕਿਤੇ। ਤੇ ਸਾਧ ਸੰਗਤ ਗਲੀ ਗਲੀ ਲੈ ਕੇ ਫਿਰਦੀ, ਪਰ ਆਪਣੇ ਪਤੀ ਤੋਂ ਕਹਿੰਦੇ ਕਦੇ ਗਿਲਾ ਨਹੀਂ ਸੀ ਕਰਿਆ, ਨਾ ਹੀ ਕੋਈ ਸ਼ਿਕਵਾ ਕੀਤਾ ਪ੍ਰਮਾਤਮਾ ਤੇ। ਵੀ ਪ੍ਰਮਾਤਮਾ ਆਪਾਂ ਤੇ ਕਹਿ ਜਾਂਦੇ ਨਾ ਕਈ ਵਾਰੀ, ਜੋ ਕਿ ਆਖਾ ਸਮਾਂ ਆ ਜਾਵੇ ਵੀ ਪ੍ਰਮਾਤਮਾ ਅਸੀਂ ਤੇਰਾ ਕੀ ਮਾੜਾ ਕਰਤਾ, ਸਾਨੂੰ ਤੂੰ ਆਹ ਦਿਨ ਦਿਖਾ ਦਿੱਤੇ। ਇਹ ਕੋਈ ਕਰਮਾਂ ਦਾ ਹੀ ਗੇੜ ਹੁੰਦਾ ਭਾਈ। ਪ੍ਰਮਾਤਮਾ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਦਾ। ਪ੍ਰਮਾਤਮਾ ਕਦੇ ਵੀ ਸਾਡਾ ਮਾੜਾ ਕਰਦਾ ਨਹੀਂ, ਨਾ ਸੋਚਣਾ ਨਾ ਕਰਨਾ। ਜੋ ਪ੍ਰਮਾਤਮਾ ਕਰਦਾ ਉਹ ਠੀਕ ਹੀ ਕਰਦਾ। ਜਿਵੇਂ ਹੁਣ ਆਪਾਂ ਪ੍ਰਮਾਤਮਾ ਨੂੰ ਮੰਨਦੇ ਨਹੀਂ, ਇਹੋ ਜਿਹੇ ਵੀ ਲੋਕ ਨੇ ਜਿਹੜੇ ਪ੍ਰਮਾਤਮਾ ਨੂੰ ਮੰਨਦੇ ਹੀ ਨਹੀਂ, ਵੀ ਹਾਏ ਉਹ ਨਹੀਂ। ਪ੍ਰਮਾਤਮਾ ਨੇ ਉਹਨਾਂ ਨੂੰ ਵੀ ਜਨਮ ਦਿੱਤਾ, ਉਹਨਾਂ ਨੂੰ ਵੀ ਸਵਾਸ ਦਿੱਤੇ, ਕੋਈ ਵਿਤਕਰਾ ਨਹੀਂ। ਜਿਹੜੇ ਪ੍ਰਮਾਤਮਾ ਨੂੰ ਗਾਲਾਂ ਕੱਢਦੇ ਆ ਉਹਨਾਂ ਨੂੰ ਵੀ ਰੋਜੀ ਦਿੰਦਾ। ਜਿਹੜੇ ਕਹਿੰਦੇ ਨੇ ਵੀ ਪ੍ਰਮਾਤਮਾ ਹੈ ਉਹ ਨਹੀਂ, ਉਹ ਕਿਤੇ ਭੁੱਖੇ ਮਰਦੇ ਆ, ਉਹਨਾਂ ਨੂੰ ਵੀ ਦਿੰਦਾ। ਉਹਨਾਂ ਦੇ ਕਿਹੜਾ ਬੱਚੇ ਨਹੀਂ ਹੁੰਦੇ, ਉਹਨਾਂ ਦੇ ਕਿਹੜਾ ਧੀਆਂ ਪੁੱਤ ਨਹੀਂ ਜੰਮਦੇ, ਉਹਨਾਂ ਦੇ ਕਿਹੜਾ ਚੁੱਲ੍ਹੇ ਠੰਡੇ ਪਏ ਆ, ਉਹਨਾਂ ਦੇ ਵੀ ਚੁੱਲ੍ਹੇ ਬਲਦੇ ਆ। ਉਹਨਾਂ ਦੇ ਵੀ ਬੱਚੇ, ਜਿਵੇਂ ਧਰਮੀ ਦੇ ਘਰ ਬੱਚੇ ਪੈਦਾ ਹੁੰਦੇ ਆ, ਏਦਾਂ ਹੀ ਉਹਨਾਂ ਦੇ। ਨਿਰੰਕਾਰ ਜਿਹੜਾ ਹੈ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ, ਨਾ ਕੋਈ ਵੰਡੀ ਪਾਉਂਦਾ। ਆਪਾਂ ਵੰਡੀਆਂ ਪਾਈ ਬੈਠੇ ਆ, ਆਪਾਂ ਵੰਡੀਆਂ ਪਾ ਕੇ ਬਹਿ ਗਏ। ਕਿਸੇ ਨੇ ਜਾਤ ਪਾਤ ਦੀਆਂ ਵੰਡੀਆਂ ਪਾ ਲਈਆਂ, ਕਿਸੇ ਨੇ ਧਰਮ ਗੋਤ ਦੀਆਂ ਵੰਡੀਆਂ ਪਾ ਲਈਆਂ। ਗੁਰਬਾਣੀ ਤੇ ਸਾਨੂੰ ਕਹਿੰਦੀ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਹੁਣ ਬਾਣੀ ਨੂੰ ਆਪਾਂ ਨਮਸਕਾਰ ਕਰਦੇ ਆ, ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੁੰਨੇ ਆ। ਸਾਡਾ ਗੁਰੂ ਤੇ ਇਹ ਕਹਿੰਦਾ ਵੀ ਭਾਈ ਕਿਸੇ ਜਾਤ ਪਾਤ ਵਿੱਚ ਨਾ ਪਿਓ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਦੀ ਜੋਤ ਆ ਆਪਾਂ ਸਾਰੇ, ਇੱਕ ਦੀ ਕਿਰਪਾ ਨਾਲ ਉਹ ਪ੍ਰਮਾਤਮਾ, ਨਾ ਉਹਦਾ ਕੋਈ ਗੋਤ ਹੈ, ਨਾ ਉਹਦੀ ਕੋਈ ਜਾਤ ਹੈ, ਨਾ ਉਹਦਾ ਕੋਈ ਧਰਮ ਹੈ। ਧਰਮ ਵੀ ਆਪਾਂ ਆਪੇ ਬਣਾਏ ਹੋਏ। ਇਹ ਮਨੋਵਾਦੀ ਸੋਚ ਮੁਤਾਬਕ ਹੈ ਸਾਰਾ ਕੁਝ। ਹੁਣ ਰਜਨੀ ਸਾਧ ਸੰਗਤ ਘਰਾਂ ਵਿੱਚ ਲੈ ਕੇ ਮੰਗ ਕੇ ਆਪਣੇ ਪਤੀ ਦੀ ਸੇਵਾ ਕਰਦੀ ਹੈ, ਕਦੇ ਵੀ ਸਿਕਵਾ ਨਹੀਂ ਕੀਤਾ।
काफी समा लंघ जाता है। कदे कहते राजे ने अपनी धी वाल नहीं तक के वेखिया, कदे सोचिया नहीं धी बारे कि पता नहीं रजनी किद्दां होएगी, मैं ते घर तो तोड़ दित्ती। ना दूसरियां भैणां ने कदे सोचिया भी साडी छोटी है, भी पता ते लैना चाहिए। किसी ने नहीं पता लिया, किसी ने नहीं पता लिया। इधर रजनी अकाल पुरख परमात्मा की रजा नूं जिवें गुरु साहब ने समझाया भी तेरा किया मीठा लागे, तेरा किया मीठा लागे, हर नाम पदार्थ नानक मंगे। वो ते ये अवस्था धारण कर चुकी सी। ते साध संगत हुण इस इतिहास नूं कौन भुल्ले, आपां जिहड़े हरमंदर साहब जाणदे आ ना सारे, वो दुख भंजनी बेरी पहला इदां बिल्डिंग थोड़ा सी उत्ते हरमंदर साहब दी एक छप्पड़ी सी। ते साध संगत वो छप्पड़ी दे कंढे ते अपने पिंगले पति नूं कुछ समय लई ठहरन वास्ते कह के भी तुसीं इत्थे रुको, मैं तुहाडे वास्ते जल पानी दा प्रबंध करावां। जल पानी दा प्रबंध करदे आ। ठीक है, ये बैठ जांदा है। ठीक है रजनी, मैं इत्थे ही बैठा, बस इत्थे ही आ जाना। जिथे भी कहंदे रजनी ने खड़ा के जाना, उत्थे बस खड़े रहंदे सी। जाना भी कित्थे सी, की वेखिया भी काले कां छपड़ी विच आके चुभी मारदे आ, चिट्टे होके जांदे। ये वेखदा भी ये की गल है भी कि छपड़ी दे विच काले कां चुभी लाउंदे आ ते चिट्टे होके जांदे। मन विच ख्याल आया, ओ मना कोई करामाती होगी, हो सकता कोई करामात होवे, वेखना तो चाहिए। कहंदे एक उंगली डबो के वेखदा, जदों उंगली डबो के वेखी उंगली ठीक हो जाती है, जदों बाहर कड्डी फिर की सी चुभी मार दिंदा उस छपड़ी दे विच। हथ बाहर रख लैंदा, एक अंग बाहर रखिया, हथ कह लो जां उंगली, भी जदों रजनी आवेगी उहनूं विखा ते देवांगे। ਉਹਨੇ ਤਾਂ ਮੰਨਣਾ ਹੀ ਨਹੀਂ। ਭਰੋਸਾ ਹੋ ਗਿਆ, ਭਰੋਸਾ ਵੱਜਿਆ, ਛਪੜੀ ਵਿੱਚ ਚੁੱਭੀ ਮਾਰੀ। ਜਦੋਂ ਬਾਹਰ ਨਿਕਲਿਆ ਤੇ ਸਾਧ ਸੰਗਤ ਕਹਿੰਦੇ ਉਹਦਾ ਸਾਰਾ ਹੀ ਕੋਹੜ ਦੂਰ ਹੋ ਜਾਂਦਾ ਹੈ, ਉਹਦਾ ਪਿੰਗਲਾਪਣ ਦੂਰ ਹੋ ਜਾਂਦਾ ਹੈ, ਐਨ ਸਹੀ ਸਲਾਮਤ ਹੋ ਜਾਂਦਾ ਹੈ, ਖੁਸ਼ ਹੈ। ਧੰਨਵਾਦ ਕਰਦਾ, ਸ਼ੁਕਰ ਕਰਦਾ ਮਾਲਕ ਦਾ ਵੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ ਹੈ ਮੇਰੇ ਤੇ। ਜਦੋਂ ਰਜਨੀ ਆਈ ਇਹ ਦੂਰੋਂ ਵੇਖਿਆ ਵੀ ਇੱਥੇ ਕੋਈ ਹੱਟਾ ਖੱਟਾ ਨੌਜਵਾਨ ਖੜਾ ਹੈ। ਆਕੇ ਆਵਾਜ਼ ਦਿੱਤੀ, ਕੌਣ ਹੈ ਤੂੰ? ਮੇਰਾ ਪਤੀ ਕਿੱਥੇ ਹੈ? ਉਹ ਕਹਿੰਦਾ ਰਜਨੀ ਮੈਂ ਹੀ ਤੇਰਾ ਪਤੀ ਹਾਂ। ਕਹਿੰਦੀ ਨਹੀਂ ਨਹੀਂ ਇਹ ਨਹੀਂ ਹੋ ਸਕਦਾ, ਤੂੰ ਮੇਰਾ ਪਤੀ ਕਿਵੇਂ ਹੋ ਸਕਦਾ ਹੈ? ਮੇਰਾ ਪਤੀ ਤੇ ਇੱਕ ਪਿੰਗਲਾ ਹੈ, ਮੇਰੇ ਪਤੀ ਦੇ ਤਾਂ ਕੋਹੜ ਵਗਦਾ ਹੈ। ਦਿਖਾ ਤੇਰੇ ਕਿੱਥੇ ਕੋਹੜ ਹੈ, ਦਿਖਾ ਤੇਰਾ ਪਿੰਗਲਾਪਣ, ਬਾਣੋ ਹੋ ਜਾ ਫਿਰ ਤਾਂ ਤੈਨੂੰ ਮੰਨ ਲਵਾਂਗੀ। ਤੂੰ ਮੇਰਾ ਪਤੀ ਕਿਵੇਂ ਹੋ ਸਕਦਾ ਹੈ? ਇੰਨੀ ਛੇਤੀ ਮੇਰਾ ਪਤੀ ਪਿੰਗਲੇ ਤੋਂ ਹੂਬਹੂ ਤੰਦਰੁਸਤ ਕਿਵੇਂ ਬਣ ਸਕਦਾ ਹੈ? ਉਹਨੇ ਸਮਝਾਉਣਾ ਕੀਤਾ, ਕਹਿੰਦਾ ਰਜਨੀ ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਪਰ ਮੇਰੇ ਤੇ ਕਿਰਪਾ ਹੋ ਗਈ ਹੈ ਉਸ ਪਰਮਾਤਮਾ ਦੀ,
फिर भी नहीं मनदी, कहती नहीं नहीं मैं नहीं मनदी। कहंदा रजनी मैं तेनों दसदा, मेरी सुन ते सही। आओ वेख जिहड़ी छपड़ी है ना, इशारा किया छपड़ी वाल, उत्थे काले कां चुभियां मार के चिट्टे हो के निकलदे सी। मैं सोचिया भी क्यों ना मना, तू भी वेख लै। मैं काली कर गया, जे तां तेरे आउण दी उड़ीक कर लैंदा, पर रजनी मैं तेरे आउण दी उड़ीक नहीं कीती, मैनूं ते समा मसा मिलिया सी। मैं ते फिर बस उस विच चुभी मार के आ किरपा हुई है भी ओहदे विच चुभी मारी है। ये कहंदी मैं नहीं मनदी, मैं नहीं मनदी। ते साध संगत ऐदां ही कहंदे, फिर दोनों दा आपस विच ही झगड़ा होण लग जांदा। झगड़ा होना शुरू हो गया। उधर धन गुरु अर्जन देव महाराज साहिब उत्थे पहुंच जांदी है लैके, कहंदी चलो फिर मेरे गुरु कोल। गुरु ने फिर किरपा कीती ते साध संगत इहने कहंदे एक अंग रखिया होया सी, अजे वेखदा सी भरोसा। फिर गुरु दी जदों किरपा हुई, फिर गुरु अर्जन देव महाराज साहब ने किरपा करके ਇਹਦੇ ਸਾਰੇ ਭੁਲੇਖੇ दूर कर ਦਿੱਤੇ। ਕਹਿੰਦੇ रजनी तेरे सदक ਨੂੰ, तेरे भरोसे ਨੂੰ फल ਲੱਗਿਆ, ਤਾਂ सदक रखिया। जिन्हां ने सदक रखिया वो सारा कुछ पा लेंदे। अकाल पुरख परमेश्वर दा शुक्र करिया कर। आपां भी शुक्र करिए। हे सतगुरु जी, जिन्हां ने सिदक तेरे ते रखिया, उन्हां सब किछ पाया है। जिन्हां ने सिदक तेरे ते रखिया, उन्हां सब किछ पाया है। तेरे ते रखिया सब किछ पाया है। जिन्हां ने सिदक तेरे ते रखिया, उन्हां सब किछ पाया है। सिदक तेरे ते रखिया, उन्हां सब किछ पाया है। सब किछ पाया है, उन्हां ने सब किछ पाया है। सब किछ पाया है, उन्हां ने सब किछ पाया है। सब किछ पाया है, उन्हां ने सब किछ पाया है। सब किछ पाया है, उन्हां ने सब किछ पाया है। सब किछ पाया है, उन्हां ने जिन्हां ने सदक तेरे ते रखिया, जिन्हां ने सदक तेरे ते रखिया, उन्हां सब किछ पाया है। जिन्हां ने सदक तेरे ते रखिया, उन्हां सब किछ पाया है। रखिया, उन्हां ने सब किछ पाया है। उन्हां ने सदक तेरे ते रखिया, उन्हां ने सब किछ पाया है। तेरे ते रखिया, उन्हां सब किछ पाया है। जिन्हां ने सदक तेरे ते रखिया, किछ पाया है। वो तां तुर गए जहानों खाली, ओ तां तुर गए जहानों खाली। जिन्हां नूं सदक न आया है, वो तां तुर गए जहानों खाली। जिन्हां नूं सदक न आया है, वो तां
ਮਹਾਰਾਜ ਜਿਹੜੇ ਸਦਕ ਰੱਖਦੇ ਆ, ਜਿਹੜੇ ਭਰੋਸਾ ਰੱਖਦੇ ਆ, ਉਹ ਤੁਹਾਡੇ ਦਰ ਤੋਂ ਹਰ ਮਰਤਬਾ ਹਾਸਲ ਕਰ ਲੈਂਦੇ। ਦੁਨੀ ਚੰਦ ਸੇਠ ਦੀ ਕੀਤੀ ਹੋਈ ਤਾਂ ਸਾਧ ਸੰਗਤ ਕਹਿੰਦੇ ਉਹਨੂੰ ਫਲ ਵੀ ਭੋਗਣਾ ਪਿਆ ਸੀ। ਉਹੀ ਰਜਨੀ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਦੀ, ਪਤੀ ਪਤਨੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਆ। ਕਹਿੰਦੇ ਸਮਾਂ ਪਾ ਕੇ ਉਸ ਰਾਜੇ ਦੇ ਵੀ, ਜਿਵੇਂ ਰਜਨੀ ਦੇ ਪਤੀ ਦੇ ਕੋੜ ਹੋਇਆ ਸੀ ਨਾ, ਕਰਮਾਂ ਕਰਕੇ ਜਿਹੋ ਜਿਹੇ ਕਰਮ ਕਰਦਾ ਮਨੁੱਖ ਨੂੰ ਸਜ਼ਾ ਭੋਗਣੀ ਪੈਂਦੀ। ਕਹਿੰਦੇ ਰਾਜੇ ਨੂੰ ਕੋੜ ਚੱਲ ਪਿਆ ਕਿ ਕਿਸੇ ਨੇ ਦੱਸਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰੋ। ਹੁਣ ਦੁਖੀ ਹੈ, ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਜਾਂਦਾ ਹੈ। ਜਦੋਂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ, ਉੱਥੇ ਰਜਨੀ ਵੀ ਸੇਵਾ ਕਰਦੀ ਫਿਰਦੀ ਹੈ। ਜਦੋਂ ਵੇਖਿਆ ਵੀ ਇਹ ਤੇ ਰਜਨੀ ਫਿਰਦੀ ਹੈ ਇੱਥੇ, ਤਾਂ ਪਿਤਾ ਜਿਹੜਾ ਸੀ ਆਪਣੀ ਧੀ ਨੂੰ ਵੇਖ ਕੇ ਅੱਖਾਂ ਨੀਵੀਆਂ ਕਰਦਾ, ਸ਼ਰਮਿੰਦਾ ਹੁੰਦਾ ਧੀ ਦੇ ਅੱਗੇ ਵੀ ਇਹਨੂੰ ਤੇ ਮੈਂ ਬਹੁਤ ਦੁਖੀ ਕੀਤਾ। ਜਦੋਂ ਆਪ ਦੁਖੀ ਹੋਇਆ ਨਾ, ਫਿਰ ਇਹਦੇ ਉਹ ਗੱਲਾਂ ਵੀ ਯਾਦ ਆਉਂਦੀਆਂ ਵੀ ਮੈਂ ਆਪਣੀ ਧੀ ਨਾਲ ਮਾੜਾ ਕੀਤਾ ਸੀ, ਇਹ ਤਾਈਓ ਮੈਨੂੰ ਫਲ ਭੋਗਣਾ ਪੈ ਰਿਹਾ। ਹੁਣ ਧੀ ਦੇ ਨਾਲ ਅੱਖਾਂ ਨਹੀਂ ਮਿਲਾਉਂਦਾ, ਨਜ਼ਰ ਨਹੀਂ ਮਿਲਾਉਂਦਾ, ਕਿਉਂ? ਧੀ ਦੇ ਨਾਲ ਚੰਗਾ ਥੋੜੀ ਕੀਤਾ ਸੀ, ਨਜ਼ਰਾਂ ਮਿਲਾਉਣ ਵਾਲਾ ਤੇ ਕੰਮ ਹੀ ਨਹੀਂ ਸੀ ਕੋਈ। ਤੇ ਸਾਧ ਸੰਗਤ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਕਿਰਪਾ ਕਰੋ। ਤੇ ਸਾਧ ਸੰਗਤ ਫਿਰ ਉਸੇ ਗੁਰੂ ਨਾਨਕ ਦੇ ਘਰ ਵਿੱਚ ਔਰ ਉਸੇ ਧੀ ਨੂੰ ਫਿਰ ਬੇਨਤੀ ਕਰਕੇ ਕਹਿਣਾ ਪਿਆ ਸੀ, ਧੀਏ ਮੈਨੂੰ ਮਾਫ ਕਰ ਦੇ, ਕਿਉਂਕਿ ਇਸ਼ਾਰਾ ਹੋ ਗਿਆ ਸੀ ਵੀ ਤੇਰੇ ਜ਼ਿੰਦਗੀ ਦੇ ਜਿਹੜੇ ਕਰਮ ਨੇ ਉਹ ਇਸੇ ਕਰਕੇ ਹੋ ਰਹੇ, ਆ ਜਿਹੜਾ ਦੁੱਖ ਭੋਗ ਰਿਹਾ ਇਸੇ ਕਰਕੇ ਭੋਗ ਰਿਹਾ। ਫਿਰ ਆਪਣੀ ਧੀ ਦੇ ਅੱਗੇ ਨਮੋ ਚੂਨਾ ਹੋ ਕੇ ਬੇਨਤੀ ਕਰਦਾ ਪਿਓ, ਕਹਿੰਦਾ ਧੀਏ ਮੈਨੂੰ ਮਾਫ ਕਰ ਦੇ, ਮੇਰੇ ਤੋਂ ਗਲਤੀ ਹੋ ਗਈ। ਫਿਰ ਇਹਨੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰ ਦੋ। ਗੁਰੂ ਨਾਨਕ ਦਾ ਘਰ ਐਸਾ ਭਾਈ, ਭੁੱਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਬੜ ਭਾਗੀ ਪਾਇਆ। ਸਾਡਾ ਗੁਰੂ ਐਸਾ ਹੈ ਵੀ ਭੁੱਲਿਆਂ ਨੂੰ ਮਾਰਗ ਪਾਉਣ ਵਾਲਾ ਹੈ। ਸ਼ੁਕਰ ਕਰਿਆ ਕਰੀਏ ਸੱਚੇ ਪਾਤਸ਼ਾਹ ਦਾ। ਆਓ ਹੁਣ ਆਪਾਂ ਸਮਾਪਤੀ ਵੱਲ ਜਾਈਏ। ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ, ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ, ਭੁੱਲਿਆਂ ਨੂੰ ਮਾਰਗ ਪਾਵੇ ਮੇਰਾ, ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ, ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ, ਭੁੱਲਿਆਂ ਨੂੰ जिन्हें बताया, खुले मार्ग जिन्हें बताया, खुले मार्ग जिन्हें बताया। ऐसा गुर बड़ भागी पाया, 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 ऐसा गुर बड़ भागी पाया। ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ, ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ, ਭੁੱਲਿਆਂ ਨੂੰ ਮਾਰਗ ਪਾਵੇ ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ, ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ।
ਮੇਰਾ ਭੁੱਲਿਆ ਨੂੰ ਮਾਰਗ ਪਾਵੇ। ਗੁਰੂ ਜਿਹੜਾ ਹੈ, ਭੁੱਲਿਆਂ ਨੂੰ ਮਾਰਗ ਪਾਉਣ ਵਾਲਾ ਹੈ, ਭੁੱਲਿਆ ਹੋਇਆਂ ਨੂੰ ਰਸਤਾ ਵਿਖਾਉਣ ਵਾਲਾ ਹੈ। ਉਸ ਗੁਰੂ ਦੀ ਸ਼ਰਨ ਵਿੱਚ ਆਪਾਂ ਸਾਰੇ ਨਤਮਸਤਕ ਹੁੰਦੇ ਆ। ਸਦਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਤੋਂ ਗਿਆਨ ਲਈਏ। ਜੋ ਗੁਰੂ ਸਾਡਾ ਸਾਨੂੰ ਸਿੱਖਿਆ ਦਿੰਦਾ ਹੈ ਉਸ ਮੁਤਾਬਕ ਚੱਲੀਏ ਤੇ ਸਾਡੀ ਜ਼ਿੰਦਗੀ ਸਬਰ ਜਾਏ। ਮਹਾਰਾਜ ਕਿਰਪਾ ਕਰਨ। ਸਰਦਾਰ ਜੀਤ ਸਿੰਘ ਉਹਨਾਂ ਨੇ ਉਪਰਾਲਾ ਕੀਤਾ, ਆਪਾਂ ਸਾਰੇ ਲਾਹਾ ਲੈ ਰਹੇ ਹਾਂ। ਕੱਲ ਰੋਜ਼ ਤੋਂ ਲੈ ਕਰਕੇ ਤੇ ਕੱਲ ਨੂੰ ਇੱਕ ਦਿਨ ਸਾਡੇ ਕੋਲ ਬਾਕੀ ਰਹਿੰਦਾ। ਆਪਾਂ ਕੋਸ਼ਿਸ਼ ਕਰਾਂਗੇ ਵੀ ਸਵੇਰੇ 10 ਵਜੇ ਭੋਗ ਪਾਏ ਜਾਣਗੇ। ਤਕਰੀਬਨ 10:15 ਵਜੇ ਤੋਂ ਲੈ ਕੇ 11:15 ਜਾਂ 11:30 ਵਜੇ ਜਿਵੇਂ ਵੀ ਪਰਿਵਾਰ ਦਾ ਹੁਕਮ ਹੋਏਗਾ। ਅਸੀਂ ਪਹਿਲਾਂ ਸ਼ਮਸ਼ਪੁਰ ਕੀਰਤਨ ਕਰਕੇ ਆਉਣਾ, ਉਸ ਤੋਂ ਬਾਅਦ 10 ਵਜੇ ਉੱਤੋਂ ਤੁਰ ਕੇ 10:15 ਵਜੇ ਇੱਥੇ ਆਵਾਂਗੇ। ਇਸ ਕਰਕੇ ਸੰਗਤ ਨੂੰ ਪਹਿਲਾਂ ਹੀ ਦੱਸ ਦਈਏ ਪਰਿਵਾਰ ਨੂੰ ਵੀ 10:15 ਵਜੇ ਤੋਂ ਲੈ ਕੇ ਆਪਾਂ ਭਾਵੇਂ 11:15 ਵਜੇ ਤੱਕ ਜਾਂ 11:30 ਵਜੇ ਜਿਵੇਂ ਵੀ ਪਰਿਵਾਰ ਦਾ ਹੁਕਮ ਹੋਏਗਾ ਜਾਂ ਜਿਵੇਂ ਵੀ ਮਾਲਕ ਨੂੰ ਭਾਇਆ ਉਦਾਂ ਹੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਹਾਜ਼ਰੀਆਂ ਭਰਨੀਆਂ ਹਨ। ਆਓ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ। ਮਾਣ ਅਤੇ ਸਨਮਾਨ ਦੇ ਹਾਰਦਿਕ ਧੰਨਵਾਦੀ। ਆਪਾਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਵੀ ਮਹਾਰਾਜ ਜਿਹੜੇ ਸਾਡੇ ਮਾੜੇ ਕਰਮਾਂ ਦੀ ਰੇਖਾ ਹੈ ਨਾ, ਜਿਹਦੇ ਕਰਕੇ ਅਸੀਂ ਮਾੜੇ ਕਰਮਾਂ ਵਿੱਚ ਪਏ ਹੋਏ ਹਾਂ, ਉਹ ਸਾਡੀ ਰੇਖਾ ਹੀ ਮੇਟ ਦਿਓ। ਉਹ ਸਾਡੀ ਰੇਖਾ ਹੀ ਨਾ ਰਹੇ, ਸਾਡੇ ਤੇ ਮਿਹਰ ਕਰ ਦਿਓ। ਉਹ ਮਾੜੀ ਰੇਖਾ ਹੀ ਸਾਡੀ ਖਤਮ ਹੋ ਜਾਏ, ਅਸੀਂ ਸੱਚ ਦੇ ਮਾਰਗ ਤੇ ਚੱਲਣ ਦਾ ਯਤਨ ਕਰੀਏ। ਆਓ ਇਹ ਧਰਨਾ ਪੜ੍ਹ ਕੇ ਫਿਰ ਆਪਾਂ ਸ਼ਲੋਕ ਪੜਾਂਗੇ, ਸਮਾਪਤੀ, ਫਿਰ ਅਰਦਾਸ, ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ। ਉਹ ਮੰਦੇ ਕਰਮਾਂ ਵਾਲੀ ਰੇਖਾ ਮੇਰੀ ਮੇਟ ਦੋ, ਕਰਦੇ ਹਾਂ ਬੇਨਤੀਆਂ। ਮੰਦੇ ਕਰਮਾਂ ਵਾਲੀ ਰੇਖਾ ਮੇਰੀ ਮੇਟ ਦੋ, ਕਰਦੇ ਹਾਂ ਬੇਨਤੀਆਂ। ਕਰਮਾਂ ਦੀ ਰੇਖਾ ਮੇਰੀ ਮੇਟ
ਵਾਹਿਗੁਰੂ ਜੀ ਕੀ ਫਤਿਹ।